ਹੈਲੋ ਬੇਟਾ 6th ਕਲਾਸ ਦੇ ਪਿਆਰੇ ਜਿਹੇ ਵਿਦਿਆਰਥੀਓ, ਆਪਾਂ ਫਸਟ ਚੈਪਟਰ ਕਰ ਰਹੇ ਸੀ। ਉਹਦੇ ਵਿੱਚ ਆਪਾਂ ਪਹੁੰਚੇ ਹਾਂ ਪੇਜ ਨੰਬਰ 12 ਤੇ। ਬਹੁਤ ਹੀ ਡਿਸਕਸ ਨਾਲ, ਬਹੁਤ ਹੀ ਵਿਸਤਾਰ ਨਾਲ ਆਪਾਂ ਇਹ ਚੈਪਟਰ ਕਰ ਰਹੇ ਹਾਂ। ਤੁਸੀਂ ਵੀ ਮੇਰੇ ਨਾਲ ਕਾਪੀ ਪੈਨ ਲੈ ਕੇ ਬੈਠਿਆ ਕਰੋ ਤਾਂ ਕਿ ਜਿਹੜੇ ਕੁਐਸਚਨਸ ਨੇ ਬੇਟਾ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਜਾਣ। ਅੱਜ ਆਪਾਂ ਸ਼ੁਰੂ ਕਰਨਾ ਹੈ ਬੇਟਾ ਬਹੁਤ ਹੀ ਇੰਪੋਰਟੈਂਟ ਟੌਪਿਕ, ਸੰਖਿਆਵਾਂ ਨੂੰ ਪੜ੍ਹਨ ਅਤੇ ਲਿਖਣ ਦੀ ਭਾਰਤੀ ਪ੍ਰਣਾਲੀ। ਅਸੀਂ ਕਿਹੜੇ ਦੇਸ਼ ਵਿੱਚ ਰਹਿੰਦੇ ਹਾਂ? ਇੰਡੀਆ, ਭਾਰਤ। ਤਾਂ ਇੱਥੇ ਬੇਟਾ ਸੰਖਿਆਵਾਂ ਨੂੰ ਲਿਖਣ ਦੀ ਜਿਹੜੀ ਤਰੀਕਾ ਹੈ ਉਹ ਅਲੱਗ ਹੈ ਬਾਕੀ ਸਾਰੇ ਵਰਲਡ ਨਾਲੋਂ। ਉਹ ਵੀ ਸਿੱਖਾਂਗੇ, ਅੰਤਰਰਾਸ਼ਟਰੀ ਪ੍ਰਣਾਲੀ ਵੀ ਸਿੱਖਾਂਗੇ ਕਿ ਬਾਕੀ ਦੇਸ਼ ਕਿਵੇਂ ਨੰਬਰਾਂ ਨੂੰ ਲਿਖਦੇ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਕੀ ਲਿਖਣਾ ਹੈ ਬੇਟਾ? ਭਾਰਤੀ ਪ੍ਰਣਾਲੀ ਅਨੁਸਾਰ ਨੰਬਰ ਲਿਖਣੇ ਆ। ਤਾਂ ਇਹਦੇ ਵਿੱਚ ਕੀ ਹੁੰਦਾ ਬੇਟਾ? ਪਹਿਲੇ 3 ਡਿਜਿਟ, ਫਿਰ ਕੌਮਾ ਲੱਗਦਾ, ਫਿਰ 2 ਡਿਜਿਟ, ਹਰੇਕ 2 ਡਿਜਿਟ ਬਾਅਦ ਕੌਮਾ ਲੱਗਦਾ। ਠੀਕ ਹੈ, ਤੁਸੀਂ ਬਸ ਇਹ ਯਾਦ ਰੱਖਣਾ ਹੈ ਕਿ ਜਦੋਂ ਆਪਾਂ ਸੰਖਿਆਵਾਂ ਨੂੰ ਭਾਰਤੀ ਪ੍ਰਣਾਲੀ ਅਨੁਸਾਰ ਲਿਖਦੇ ਹਾਂ ਤਾਂ ਕੋਈ ਵੀ ਸੰਖਿਆ ਜਿਵੇਂ ਲਿਖੀ ਹੋਈ ਹੈ, ਇਸਨੇ ਸੰਖਿਆ ਲਿਖੀ ਹੈ 5, 34, 6, 32। ਜੇ ਇਸ ਨੂੰ ਆਪਾਂ ਭਾਰਤੀ ਪ੍ਰਣਾਲੀ ਅਨੁਸਾਰ ਲਿਖਣਾ ਹੈ ਤਾਂ ਪਹਿਲਾ ਕੌਮਾ ਇੱਥੇ ਲੱਗੇਗਾ। ਠੀਕ ਹੈ, ਸੱਜੇ ਪਾਸੇ ਤੋਂ 3 ਅੰਕ ਗਿਣ ਕੇ, ਫਿਰ 2 ਅੰਕ ਗਿਣ ਕੇ। ਠੀਕ ਹੈ, ਪਹਿਲਾ 3 ਤੇ ਫਿਰ ਹਰੇਕ ਅਗਲਾ 2 ਅੰਕਾਂ ਤੇ ਜਿਹੜਾ ਕੌਮਾ ਲੱਗੇਗਾ। ਇਹ ਤਾਂ ਸੀਗਾ ਬੇਟਾ ਕੌਮਾ ਲਗਾਉਣ ਦਾ ਢੰਗ। ਹੁਣ ਇਹਨਾਂ ਨੂੰ ਪੜ੍ਹਨਾ ਕਿਵੇਂ ਹੈ? ਜਿਹੜਾ ਬੇਟਾ ਇਹ ਪਹਿਲੇ 3 ਬਣਦੇ ਨੇ, ਇਹਦੇ ਵਿੱਚ ਹੁੰਦੇ ਆ ਇਕਾਈ, ਥੋੜ੍ਹਾ ਖੁੱਲ੍ਹਾ ਕਰਕੇ ਲਿਖ ਦਿੰਦੀ ਹਾਂ, ਇਕਾਈ, ਦਹਾਈ ਅਤੇ ਸੈਂਕੜਾ, ਵਨਸ, ਟੈਨਸ ਅਤੇ ਹੰਡਰਡਸ। ਇਹਨੂੰ ਆਪਾਂ ਕਿਹੜਾ ਖਾਨਾ ਕਹਿੰਦੇ ਹਾਂ ਬੇਟਾ? ਇਕਾਈ ਦਾ। ਠੀਕ ਹੈ, ਇਸ ਤੋਂ ਬਾਅਦ ਆਉਂਦਾ ਆਪਣੇ ਕੋਲੇ ਹਜ਼ਾਰ ਵਾਲਾ। ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, 10,000 ਅਤੇ 1000। ਠੀਕ ਹੈ ਜੀ। ਇਸ ਤੋਂ ਬਾਅਦ ਆਪਣੇ ਕੋਲ ਆਉਂਦਾ ਹੈ, ਦੇਖੋ ਇਕਾਈ, ਦਹਾਈ, ਸੈਂਕੜਾ, ਹਜ਼ਾਰ ਲਿਖ ਲਿਆ, 10,000 ਲਿਖ ਲਿਆ। ਇਸ ਤੋਂ ਬਾਅਦ ਕੀ ਆਊਗਾ? ਲੱਖ, 10 ਲੱਖ, ਲੱਖ, 10 ਲੱਖ। ਠੀਕ ਹੈ, ਤਾਂ ਇਹ ਜਿਹੜੇ ਨੇ ਆਪਣੇ ਕੋਲੇ, ਇਹਨੂੰ ਸਥਾਨਕ ਮੁੱਲ ਸਾਰਣੀ ਕਹਿੰਦੇ ਹੁੰਦੇ ਆ। ਠੀਕ ਹੈ, ਇਹ ਹਜ਼ਾਰ ਵਾਲਾ ਹਿੱਸਾ ਹੈ, ਇਹ ਲੱਖ ਵਾਲਾ ਹਿੱਸਾ ਹੈ। ਇਸ ਨੂੰ ਮੈਂ ਤੁਹਾਨੂੰ ਦਿਖਾਉਣੀ ਹੈ, 1 ਮਿੰਟ ਹੋਲਡ ਕਰੋ। ਹਾਂਜੀ, ਇਸ ਵਿੱਚ ਦੇਖੋ ਤੁਹਾਨੂੰ ਜ਼ਿਆਦਾ ਕਲੀਅਰ ਹੋਏਗਾ। ਇਕਾਈ ਵਾਲਾ ਖਾਨਾ ਪਹਿਲਾਂ, ਉਹਦੇ ਵਿੱਚ ਤੁਹਾਡੇ ਕੋਲ ਇਕਾਈ, ਦਹਾਈ ਅਤੇ ਸੈਂਕੜਾ ਆਉਣਗੇ। ਫਿਰ ਹਜ਼ਾਰ ਵਾਲਾ ਹੈ, ਉਹਦੇ ਵਿੱਚ 1000 ਅਤੇ 10,000 ਆਉਣਗੇ। ਲੱਖ ਵਾਲਾ ਹੈ, ਉਹਦੇ ਵਿੱਚ ਲੱਖ ਅਤੇ 10 ਲੱਖ ਆਉਣਗੇ। ਕਰੋੜ ਵਾਲਾ ਫਿਰ ਕਰੋੜ ਅਤੇ 10 ਕਰੋੜ ਆਉਣਗੇ। ਠੀਕ ਹੈ, ਪਹਿਲੇ 'ਚ ਆਪਣਾ 3, ਫਿਰ ਦੂਸਰੇ 'ਚ 2 ਅੰਕ, ਫਿਰ ਤੀਸਰੇ 'ਚ 2 ਅੰਕ, ਫਿਰ ਅਗਲੇ ਹਰੇਕ 'ਚ 2 ਅੰਕ ਹੀ ਆਉਣਗੇ। ਠੀਕ ਹੈ ਜੀ, ਇੰਨਾ ਸਮਝ ਆ ਗਿਆ? ਹਾਂਜੀ, ਇਹਦੇ ਵਿੱਚ ਦੇਖੋ ਹੁਣ ਆਪਣਾ ਕੀ ਰਹਿ ਗਿਆ ਸੀ। ਹੇਠਾਂ ਲਿਖੀਆਂ ਸੰਖਿਆਵਾਂ ਨੂੰ ਅੰਕਾਂ ਵਿੱਚ ਲਿਖੋ। ਇਹਨੇ ਇੱਕ ਸੰਖਿਆ ਲਿਖਤੀ 4,32,673। ਕਹਿੰਦੇ ਇਹਨੂੰ ਲਿਖੋ ਤੁਸੀਂ ਅੰਕਾਂ 'ਚ, ਮਤਲਬ ਗਿਣਤੀ ਦੇ ਅੱਖਰਾਂ 'ਚ। ਹੁਣ ਬੇਟਾ ਲੱਖ ਤੱਕ ਪਹੁੰਚੇ ਆਪਾਂ। ਤੁਹਾਨੂੰ ਪਤਾ ਹੈ ਕਿ ਪਹਿਲੇ 3 ਡਿਜਿਟ ਇਕਾਈ ਵਾਲਾ ਖਾਨਾ ਹੈ, ਫਿਰ 2 ਹਜ਼ਾਰ ਵਾਲੇ ਨੇ, ਫਿਰ 2 ਲੱਖ ਵਾਲੇ ਨੇ। ਹੁਣ ਦੇਖੋ ਇਹਦੇ 'ਤੇ ਤੁਸੀਂ ਐਂ ਬਣਾ ਲਿਆ ਕਰੋ। ਠੀਕ, ਹੁਣ ਜਿਹੜੇ ਲੱਖ ਹੈ ਉਹਦੇ ਵਿੱਚ ਸਿਰਫ 4 ਲੱਖ ਹੈ, 10 ਲੱਖ ਤੱਕ ਤਾਂ ਪਹੁੰਚੇ ਨਹੀਂ, ਇਹਦਾ ਮਤਲਬ ਇਹ ਡਿਜਿਟ ਤਾਂ ਨਹੀਂ ਆਊਗਾ। ਇੱਥੇ ਤੁਸੀਂ 4 ਲਿਖਤਾ। ਕਿੰਨੇ ਹਜ਼ਾਰ ਨੇ? 32,000 ਨੇ। ਠੀਕ ਹੈ, ਉਸ ਤੋਂ ਬਾਅਦ ਕਿੰਨੇ ਨੇ? 673, 673। ਤਾਂ ਤੁਹਾਡੀ ਸੰਖਿਆ ਬਣੇਗੀ 4, 32, 673। ਪਹਿਲਾਂ 3 ਬਾਅਦ ਕੌਮਾ, ਫਿਰ 2 ਬਾਅਦ ਕੌਮਾ। ਠੀਕ ਹੈ, ਹੁਣ ਅਗਲਾ ਪੜ੍ਹਦੇ ਹਾਂ। 6 ਕਰੋੜ 53 ਲੱਖ। ਹੁਣ ਕਰੋੜ ਤੱਕ ਜਾਣਾ ਆਪਾਂ। ਆਹ 3 ਵਾਲਾ ਹੋ ਗਿਆ, ਫਿਰ ਕੌਮਾ, ਫਿਰ 2 ਵਾਲਾ, ਫਿਰ ਕੌਮਾ, ਹਜ਼ਾਰ ਵਾਲਾ ਹੋ ਗਿਆ। ਠੀਕ ਹੈ, ਲੱਖ ਵਾਲਾ, ਫਿਰ ਕਰੋੜ ਵਾਲਾ। ਹੁਣ 6 ਕਰੋੜ ਹੀ ਹੈ ਤਾਂ 10 ਕਰੋੜ ਵਾਲਾ ਖਾਨਾ ਤਾਂ ਭਰਿਆ ਹੀ ਨਹੀਂ ਜਾਣਾ। 6 ਕਰੋੜ ਲਿਖਤਾ। 53 ਲੱਖ ਹੈ, 53 ਲੱਖ ਲਿਖਤਾ। ਫਿਰ 21,000 ਹੈ, 21,000 ਵੀ ਲਿਖਤਾ। 972 ਹੈ, 972। ਤਾਂ ਇਹ ਆਪਣੀ ਸੰਖਿਆ ਹੋਗੀ। ਬਾਅਦ 'ਚ ਇਹਨੂੰ ਸਾਫ਼ ਲਿਖ ਦੇਣਾ। ਇਹ ਕੰਮ ਤੁਸੀਂ ਰਫ 'ਚ ਕਰਨਾ। ਠੀਕ ਹੈ, ਜਿਹੜੀਆਂ ਨਿਸ਼ਾਨੀਆਂ ਵਗੈਰਾ ਲਗਾਉਣੀਆਂ ਨੇ ਰਫ 'ਚ ਲਗਾਉਣੀਆਂ ਨੇ। ਉਸ ਤੋਂ ਬਾਅਦ ਦੇਖੋ ਅਗਲਾ ਸਮ ਹੈ। ਇੱਕ ਸੰਖਿਆ ਦਿੱਤੀ ਹੋਈ ਹੈ, ਉਹਦੇ ਵਿੱਚ 7 ਦਾ ਸਥਾਨਕ ਮੁੱਲ ਵੀ ਕੱਢਣਾ, ਅੰਕਿਤ ਮੁੱਲ ਵੀ ਕੱਢਣਾ ਅਤੇ ਉਹਨਾਂ ਵਿੱਚ ਅੰਤਰ ਪਤਾ ਕਰਨਾ। ਅੰਤਰ ਮਤਲਬ ਡਿਫਰੈਂਸ, ਸਬਟਰੈਕਸ਼ਨ ਕਰਨੀ ਹੈ ਉਹਨਾਂ ਦੀ। ਤਾਂ ਜਿਹੜਾ 7 ਦਾ ਸਥਾਨਕ ਮੁੱਲ ਹੈ ਬੇਟਾ, ਤਾਂ ਜਿੱਥੇ 7 ਹੈ ਮਲਟੀਪਲਾਈ ਉਹਦਾ ਸਥਾਨ। ਦੇਖੋ ਕਿੰਨਵੇਂ ਸਥਾਨ 'ਤੇ ਹੈ ਇਹ, ਥੋੜ੍ਹਾ ਜ਼ੂਮ ਕਰ ਲਈਏ ਇਹਨੂੰ। ਹਾਂਜੀ, ਇਹਦੇ ਵਿੱਚ ਦੇਖੋ ਬੇਟਾ 7 ਜਿਹੜਾ ਹੈ
ਉਹਦੇ ਨਾਲ ਆਪਾਂ ਉਹਦਾ ਸਥਾਨ ਨਾਲ ਗੁਣਾ ਕਰਨੀ ਹੈ। ਤਾਂ ਕਿੰਨਾ ਸਥਾਨ ਹੈ? 3 4 5 ਜ਼ੀਰੋਆਂ ਲੱਗਣਗੀਆਂ। ਤਾਂ ਇਹ ਬਣ ਗਿਆ ਆਪਣੇ ਕੋਲੇ 7 ਲੱਖ। ਠੀਕ ਹੈ, ਤਾਂ 7 ਦਾ ਅੰਕਿਤ ਮੁੱਲ ਕੀ ਹੋਊਗਾ? ਅੰਕਿਤ ਮੁੱਲ ਤਾਂ ਉਹੀ ਹੁੰਦਾ ਜੋ ਦਿਖ ਰਿਹਾ, ਇਹਦਾ ਮਾਈਨਸ ਕਰਨਾ। ਤਾਂ ਮਾਈਨਸ ਕਰੋਗੇ ਆਪਣੇ ਕੋਲ ਇਹ ਆਨਸਰ ਆ ਜਾਏਗਾ। ਠੀਕ ਹੈ ਬੇਟਾ, ਕਿੱਦਾਂ ਆਉਂਦਾ ਹੁੰਦਾ? ਚਲੋ ਆਪਾਂ ਕਰ ਹੀ ਲੈਂਦੇ ਹਾਂ। ਇੱਥੇ 6 ਰਹਿ ਗਏ, ਉਰੇ ਹਸਲ ਆ ਗਿਆ 10, ਵਿੱਚ ਵਿਚਾਲੇ ਵਾਲੇ ਸਾਰੇ ਅੱਖਰ ਕਿੰਨੇ ਰਹਿ ਜਾਂਦੇ ਹੁੰਦੇ ਨੇ? 9। 10 ਚੋਂ 7 ਗਏ 3, ਫਿਰ 9 9 9 9 6, ਇਹ ਆਨਸਰ ਆ ਜਾਏਗਾ। ਠੀਕ ਹੈ, ਨੈਕਸਟ 'ਤੇ ਚੱਲਦੇ ਹਾਂ। ਹਾਂਜੀ, ਇਹ ਆਪਾਂ ਦੇਖ ਲਿਆ ਸੀ। ਹੁਣ ਹੈਗਾ ਅੰਤਰਰਾਸ਼ਟਰੀ ਸਿਸਟਮ। ਜਿਹੜਾ ਅੰਤਰਰਾਸ਼ਟਰੀ ਸਿਸਟਮ ਹੈ ਬੇਟੇ, ਉਹਦੇ ਵਿੱਚ ਇਕਾਈ ਵਾਲਾ ਖਾਨਾ ਤਾਂ ਸੇਮ ਹੈ ਜਿਵੇਂ ਆਪਣਾ ਇੰਡੀਅਨ ਵਾਲਾ ਸੀਗਾ, ਇਕਾਈ, ਦਹਾਈ, ਸੈਂਕੜਾ, ਇਹ ਤਾਂ ਉਵੇਂ ਹੀ ਲਿਖਣਾ ਤੁਸੀਂ। ਉਸ ਤੋਂ ਬਾਅਦ ਜਿਹੜਾ 1000 ਵਾਲਾ ਖਾਨਾ ਹੈ ਉਹਦੇ 'ਚ ਵੀ 3 ਖਾਨੇ ਬਣਨਗੇ, 1000, 10,000 ਅਤੇ 100,000। ਉਸ ਤੋਂ ਬਾਅਦ ਮਿਲੀਅਨ ਵਾਲਾ ਖਾਨਾ ਆ ਜਾਏਗਾ। ਇਹ ਅਲੱਗ ਹੋ ਗਿਆ ਨਾ ਇੰਡੀਅਨ ਨਾਲੋਂ, ਮਿਲੀਅਨ, 10 ਮਿਲੀਅਨ, 100 ਮਿਲੀਅਨ। ਫਿਰ ਬਿਲੀਅਨ ਵਾਲਾ ਖਾਨਾ ਆਏਗਾ, ਬਿਲੀਅਨ, 10 ਬਿਲੀਅਨ, 100 ਬਿਲੀਅਨ। ਠੀਕ, ਇਹ ਤੋਂ ਘਬਰਾਉਣਾ ਨਹੀਂ ਬੇਟਾ। ਦੁਬਾਰਾ ਦੇਖੋ, ਜਦੋਂ ਆਪਾਂ ਅੰਤਰਰਾਸ਼ਟਰੀ ਪ੍ਰਣਾਲੀ ਵਿੱਚ ਲਿਖਣਾ ਹੈ ਨੰਬਰਾਂ ਨੂੰ, ਤਾਂ ਹਰੇਕ 3 ਬਾਅਦ ਹੀ ਕੌਮਾ ਪਏਗਾ। ਦੇਖੋ, ਇਹਨੇ ਇੱਕ ਨੰਬਰ ਦਿੱਤਾ ਹੋਇਆ ਆਪਾਂ ਨੂੰ, ਉੱਪਰੋਂ ਚੱਕ ਲੈਂਦੇ ਹਾਂ ਐਗਜ਼ਾਮਪਲ 'ਚੋਂ। ਇੰਨਾ ਹੀ ਹੈ, 795, 30, 25, 7। ਅਤੇ ਜਦੋਂ ਤਾਂ ਆਪਾਂ ਇੰਡੀਅਨ ਲਿਖਣਾ ਫਿਰ ਤਾਂ ਕਿੱਥੇ ਕੌਮਾ? ਹਰੇਕ 2 ਬਾਅਦ ਕੌਮਾ। ਜੇ ਇੰਡੀਅਨ ਮੁਤਾਬਕ ਇਹਨੂੰ ਪੜ੍ਹਨਾ ਹੈ ਤਾਂ ਕੀ ਬਣ ਜੂ? ਪਹਿਲਾਂ ਇਕਾਈ ਵਾਲਾ ਸੀਗਾ, ਫਿਰ 1000 ਹੈ, ਫਿਰ ਲੱਖ ਹੈ, ਫਿਰ ਕਰੋੜ ਹੈ। ਇਹ ਬਣ ਗਿਆ 7 ਕਰੋੜ 95 ਲੱਖ 30,257। ਠੀਕ ਹੈ, ਹੁਣ ਜੇ ਇਸੇ ਨੂੰ ਆਪਾਂ ਅੰਤਰਰਾਸ਼ਟਰੀ ਮੁਤਾਬਕ ਪੜ੍ਹਨਾ ਤਾਂ ਹਰੇਕ 3 ਬਾਅਦ ਕੌਮੇ ਲੱਗਣੇ ਨੇ। ਜਿਹੜਾ ਪਹਿਲਾ ਉਹ ਇਕਾਈ ਵਾਲਾ ਹੀ ਹੈ, ਦੂਜਾ 1000 ਵਾਲਾ ਹੈ, ਤੀਜਾ ਮਿਲੀਅਨ ਵਾਲਾ। ਤਾਂ ਇਹਨੂੰ ਪੜ੍ਹਾਂਗੇ ਆਪਾਂ 79 ਮਿਲੀਅਨ ਮਿਲੀਅਨ। ਠੀਕ ਹੈ, 530, ਅਗਲਾ ਜਿਹੜਾ ਅੱਖਰ ਹੈ 530 ਬਣਦਾ ਨਾ, ਤਾਂ ਪਰ ਇਹ ਹੈ ਕਿਹੜਾ ਖਾਨਾ? 1000 ਵਾਲਾ। ਤਾਂ ਆਪਾਂ ਲਿਖਾਂਗੇ 530,000। ਅੱਗੇ ਕਿੰਨਾ ਬੇਟਾ? 257। ਠੀਕ ਹੈ, ਜੇ ਇਸੇ ਨੂੰ ਇੰਗਲਿਸ਼ 'ਚ ਲਿਖਣਾ ਹੋਵੇ ਆਪਾਂ ਲਿਖਾਂਗੇ 79 ਮਿਲੀਅਨ 79 ਮਿਲੀਅਨ 530,000। ਠੀਕ ਹੈ, 200। ਘਬਰਾਉਣਾ ਨਹੀਂ ਇਹਨਾਂ ਅੰਕਾਂ ਤੋਂ, ਆਪਾਂ ਨੂੰ ਸੌਖੇ ਲੱਗਣਗੇ ਜਦੋਂ ਇਹਦੀ ਪ੍ਰੈਕਟਿਸ ਕਰ ਲਾਂਗੇ। 257। ਦੇਖੋ ਇੰਨਾ ਵੱਡਾ ਅੱਖਰ ਲਿਖਿਆ ਜਾਊਗਾ। ਠੀਕ ਹੈ ਬੇਟਾ, ਇੱਕ ਇਹ ਟੇਬਲ ਹੈ, ਮੋਸਟ ਇੰਪੋਰਟੈਂਟ ਹੈ। ਤੁਹਾਡੀਆਂ ਬਹੁਤ ਸਾਰੀਆਂ ਜਿਹੜੀਆਂ ਫਿਲਅਪਸ ਨੇ ਜਾਂ ਪੇਪਰਾਂ ਦੇ ਲਈ ਵੀ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਦੇਖੋ, ਇਹ ਇੱਧਰ ਲਿਖਿਆ ਇੰਡੀਅਨ ਸਿਸਟਮ, ਇੱਧਰ ਲਿਖਿਆ ਇੰਟਰਨੈਸ਼ਨਲ ਸਿਸਟਮ। ਇਹ ਸੰਖਿਆਵਾਂ ਨੇ। ਜੇ ਇੱਕ ਹੈ ਤਾਂ ਦੋਨੇ ਭਾਸ਼ਾਵਾਂ 'ਚ ਆਪਾਂ ਇੱਕ ਹੀ ਪੜ੍ਹਾਂਗੇ ਉਹਨੂੰ। 10 ਹੈ ਤਾਂ 10 ਹੀ ਪੜ੍ਹਾਂਗੇ, 100 ਹੈ ਤਾਂ 100 ਹੀ ਪੜ੍ਹਾਂਗੇ, 1000 ਹੈ ਤਾਂ 1000 ਹੀ ਪੜ੍ਹਾਂਗੇ, 10,000 ਹੈ ਤਾਂ 10,000 ਹੀ ਪੜ੍ਹਾਂਗੇ। ਇੱਥੇ ਤੱਕ ਇਹ ਸੇਮ ਚੱਲ ਰਿਹਾ। ਅੱਗੇ ਦੇਖੋ, ਜਦੋਂ ਆਪਾਂ 1 ਲੱਖ ਬੋਲਣੇ ਆ ਭਾਰਤ ਵਿੱਚ, ਤਾਂ ਉੱਥੇ ਬੋਲਾਂਗੇ ਆਪਾਂ 100,000। ਜੇ ਆਪਾਂ ਭਾਰਤ ਵਿੱਚ ਬੋਲਦੇ ਹਾਂ 10 ਲੱਖ, ਤਾਂ ਆਪਾਂ ਉੱਥੇ ਬੋਲਾਂਗੇ 1 ਮਿਲੀਅਨ। ਜੇ ਆਪਾਂ ਭਾਰਤੀ ਸਿਸਟਮ 'ਚ ਬੋਲਦੇ ਹਾਂ 1 ਕਰੋੜ, ਤਾਂ ਉੱਧਰ ਬੋਲਾਂਗੇ 10 ਮਿਲੀਅਨ। 10 ਕਰੋੜ 100 ਮਿਲੀਅਨ, 1 ਅਰਬ 1 ਬਿਲੀਅਨ। ਤਾਂ ਇਹਨੂੰ ਤੁਹਾਨੂੰ ਯਾਦ ਕਰਨਾ ਪਏਗਾ, ਇਸ ਟੇਬਲ ਨੂੰ, ਤਾਂ ਆਪਣੇ ਜਿਹੜੇ ਅਗਲੇ ਸਮ ਨੇ ਉਹ ਹੋਣਗੇ। ਠੀਕ ਹੈ ਬੇਟਾ, ਚਲੋ ਅੱਗੇ ਦੇਖਦੇ ਹਾਂ ਕਿਹੜੇ ਸਮ ਆਉਂਦੇ ਨੇ। ਚਲੋ ਐਕਸਰਸਾਈਜ਼ ਹੀ ਆ ਗਈ ਆਪਣੇ ਕੋਲੇ। ਫਸਟ ਵੀਡੀਓ ਦੇ ਵਿੱਚ ਆਪਾਂ ਕਿੱਥੇ ਤੱਕ ਸਮ ਕਰ ਗਏ ਸੀ? ਆਪਾਂ 5 ਤੱਕ ਸਮ ਕਰ ਗਏ ਸੀ। ਠੀਕ ਹੈ, ਹੁਣ ਹੈਗਾ ਆਪਣੇ ਕੋਲੇ 6th ਸਮ। ਹੇਠਾਂ ਦਿੱਤਿਆਂ ਨੂੰ ਸਥਾਨਕ ਮੁੱਲ ਸਾਰਣੀ ਬਣਾ ਕੇ ਲਿਖੋ। ਤਾਂ ਹੁਣ ਇਹਨੇ ਇਹ ਨਹੀਂ ਦੱਸਿਆ ਵੀ ਇਹ ਕਿਹੜੇ ਸਿਸਟਮ ਨਾਲ ਹੈ, ਤਾਂ ਆਪਾਂ ਇਹਨੂੰ ਇੰਡੀਅਨ ਸਿਸਟਮ ਨਾਲ ਲਿਖ ਦਿੰਦੇ ਹਾਂ। ਠੀਕ ਹੈ, ਤਾਂ ਚਲੋ ਸਥਾਨਕ ਮੁੱਲ ਸਾਰਣੀ 'ਤੇ ਆਪਾਂ ਪਿੱਛੋਂ ਉਹਦੇ ਵਿੱਚ ਹੀ ਭਰ ਕੇ ਦੇਖ ਲੈਂਦੇ ਹਾਂ। ਹਾਂਜੀ, ਇਹ ਦਿੱਤੀ ਹੋਈ ਸੀ ਆਪਾਂ ਨੂੰ, ਇਹਦੇ 'ਚ ਹੀ ਭਰ ਲੈਂਦੇ ਹਾਂ। ਇਹ ਹੈਗਾ, ਦੇਖੋ ਪਹਿਲਾ ਸਮ ਮੈਂ ਲਿਖ ਦਿੰਦੀ ਹਾਂ ਉਰੇ। ਤੁਹਾਡੀ ਪਹਿਲੀ ਰਕਮ ਕੀ ਸੀ? 638,975। ਇਹਨੂੰ ਆਪਾਂ ਹੁਣ ਇਹ ਟੇਬਲ ਬਣਾਉਣਾ ਪਊਗਾ ਤੁਹਾਨੂੰ। ਇੱਕੋ ਵਾਰੀ ਬਣਾ ਲਿਓ। ਉਹਦੇ ਵਿੱਚ ਜਿਵੇਂ ਇਹਨੇ ਪਹਿਲਾ ਅਤੇ ਦੂਜਾ ਸਮ ਕੀਤਾ, ਆਪਾਂ ਇਹਦੇ ਵਿੱਚ ਹੀ ਬਾਕੀ ਅਗਲੇ ਸਮ ਕਰ ਦਾਂਗੇ। ਹਾਂਜੀ ਦੇਖੋ ਬੇਟਾ, ਪਹਿਲਾਂ ਕੌਮੇ ਲਗਾ ਲਓ। 1000
अच्छा ਲੱਖ वाले हिस्से ते पहुँच गए ਆਪਾਂ। ਇੱਥੇ ਲਿਖਿਆ ਜਾਊਗਾ ਲੱਖ वाले खाने तो 6, फिर 38,000 है बेटा, फिर 975 है। ठीक है, ਇੱਥੇ ਇੱਥੇ ਆਪਾਂ ਇਹ ਖਾਨਿਆਂ ਦੇ ਵਿੱਚ ਭਰ ਦੇਣੇ ਅੱਖ। ਕਲੀਅਰ ਹੋ ਗਿਆ ਬੇਟਾ? ਇਹ ਸੀਗਾ ਤੁਹਾਡਾ ਪਹਿਲਾ ਸਮ। ਦੂਜੀ ਰਕਮ ਹੈਗੀ ਹੈ ਬੇਟਾ ਤੁਹਾਡੀ 84321। ਇਸੇ ਟੇਬਲ 'ਚ ਭਰੋਗੇ ਤੁਸੀਂ। ਇਹ ਜਿਵੇਂ ਫਸਟ ਸਮ ਹੋ ਗਿਆ, ਹੁਣ ਸੈਕਿੰਡ ਸਮ। 3 ਤੋਂ ਬਾਅਦ ਆਪਾਂ ਕੌਮਾ ਲਗਾਇਆ ਤਾਂ 84,000 ਸਿਰਫ 1000 ਵਾਲੇ ਖਾਨੇ 'ਚ ਹੀ ਇਹ 84,321। ਦੇਖੋ ਸੌਖਾ ਸੀ ਨਾ। ਤੀਜਾ ਸਮ ਹੈ ਤੁਹਾਡਾ, ਕਾफ़ी ਲੰਬੀ ਰਕਮ ਹੈ ਤਾਂ ਕੌਮੇ ਲਗਾ ਲਓ। 3 ਬਾਅਦ, ਫਿਰ ਹਰੇਕ 2 ਬਾਅਦ। ਲਓ ਜੀ, ਇਹ ਕਰੋੜ 'ਤੇ ਪਹੁੰਚ ਰਿਹਾ। 2 ਕਰੋੜ ਵਾਲੇ ਖਾਨੇ 'ਚ ਲਿਖਣਾ ਆਪਾਂ। 2 ਕਰੋੜ ਤੀਜਾ ਸਮ ਹੈ ਇਹ। फिर 90 ਲੱਖ है, ਲੱਖ वाले खाने च आ गया। फिर 61,000 है, फिर 058। ठीक है, लास्ट वाला हैगा 6 नाल पहला 3 0 ने इन तो पहला 3 बाद कौमा, फिर हरेक 2 बाद कौमा। तो ये भी बेटा 6 करोड़ ते ही पहुँच रहे हैं आप। अगला सम है ये 6 करोड़ 00 ਲੱਖ है, 0 3000 है, मतलब 3000 ही है। ਉਸ ਤੋਂ ਬਾਅਦ ਆਪਣੇ ਕੋਲ ਹੈਗਾ 608। ਤਾਂ ਇਹ ਬੇਟਾ ਆਪਾਂ ਸਥਾਨਕ ਮੁੱਲ ਸਾਰਣੀ ਦੇ ਵਿੱਚ ਸਾਰੇ ਸਮ ਲਿਖਤੇ। ਤੁਸੀਂ ਪੱਕੀ ਕਾਪੀ 'ਤੇ ਕੀ ਕਰਨਾ ਹੈ, ਇਹ ਟੇਬਲ ਇਕੱਠਾ ਬਣਾ ਲੈਣਾ ਅਤੇ ਉਹਦੇ ਨੀਚੇ ਸਾਰੇ ਸਮ ਕਰ ਦੇਣੇ। ਠੀਕ ਹੈ ਬੇਟਾ, ਸਮਝ ਆ ਗਿਆ ਇਹ? ਨੈਕਸਟ ਕਰਦੇ ਹਾਂ। ਅਗਲਾ ਜਿਹੜਾ ਸਮ ਹੈ 7ਵਾਂ, ਤਾਂ ਕਹਿੰਦੇ ਕੌਮੇ ਲਗਾਉਣੇ ਨੇ। ਇਸ 'ਤੇ ਆਪਾਂ ਨੇ ਕੌਮੇ ਲਗਾ ਕੇ ਇਹਨਾਂ ਨੂੰ ਭਾਰਤੀ ਲੇਖਣ ਪ੍ਰਣਾਲੀ ਅਨੁਸਾਰ ਲਿਖਣਾ। ਤਾਂ ਮੈਂ ਪਹਿਲੇ ਇਹ 4 ਸਮ ਕਰ ਰਹੀ ਹਾਂ, ਬਾਕੀ 2 ਤੁਹਾਨੂੰ ਹੋਮਵਰਕ ਦਊਂਗੀ। ਠੀਕ ਹੈ, ਤਾਂ ਪਹਿਲਾਂ ਦੇਖੋ 3 ਬਾਅਦ ਕੌਮਾ, ਫਿਰ 2 ਬਾਅਦ, ਫਿਰ 2 ਬਾਅਦ, ਇੱਥੇ ਇੱਥੇ ਤੇ ਇੱਥੇ। ਹੁਣ ਆਪਾਂ ਕਿਹੜੇ 'ਚ ਪਹੁੰਚ ਗਏ? ਦੇਖੋ ਪਹਿਲਾਂ ਇਕਾਈ ਵਾਲਾ ਸੀ, ਫਿਰ 1000 ਵਾਲਾ ਸੀ, ਫਿਰ ਲੱਖ ਵਾਲਾ ਸੀ, ਫਿਰ ਕਰੋੜ ਵਾਲਾ ਸੀ। ਤਾਂ ਆਪਾਂ ਕਰੋੜ ਵਾਲੇ 'ਚ ਪਹੁੰਚ ਚੁੱਕੇ ਹਾਂ। ਇਹਨੂੰ ਕਿਵੇਂ ਲਿਖੋਗੇ ਬੇਟਾ? 9 ਕਰੋੜ 86 ਲੱਖ। ਕਿੰਨੇ ਹਜ਼ਾਰ ਨੇ? 86 ਤੋਂ ਬਾਅਦ 6000, 6 ਵੀ ਪੰਜਾਬੀ 'ਚ ਹੀ ਪਾਉਣਾ ਸੀ। 873। ਇੰਗਲਿਸ਼ ਦੇ ਵਿੱਚ ਲਿਖੋਗੇ ਬੇਟਾ 9 ਕਰੋੜ 40। ਅੱਛਾ 9 ਵੀ ਆਪਾਂ ਉਹਦੇ 'ਚ ਪਾਉਣਾ ਸੀ, ਇੱਦਾਂ ਹੀ ਪਾਉਣਾ ਸੀ। ਠੀਕ ਹੈ, 9 ਕਰੋੜ 86 ਲੱਖ 6,870 73। ठीक है बेटा, ये समझ आ गया। नैक्सट करते हैं आप दूसरा क्वेश्चन करते हैं बेटा। ਇਹਦਾ पहला कौमे पा लो। ठीक है, तो ये देखो मैं थोड़ा दोबारा लिख के भी दिखा देनी हाँ। 763517 ये नंबर है। ਹੁਣ ਆਪਾਂ ਇਹਨੂੰ ਇੰਡੀਅਨ ਸਿਸਟਮ ਮੁਤਾਬਕ ਬੋਲਣਾ ਹੈ। ਪਹਿਲਾਂ 3 ਤੋਂ ਬਾਅਦ ਕੌਮਾ, ਫਿਰ 2 ਤੋਂ ਬਾਅਦ ਕੌਮਾ। ਹੁਣ ਇਹਦਾ ਪਛਾਣ ਲਓ ਕਿਹੜਾ ਪਲੇਸ ਹੈ। ਇਹ ਤਾਂ ਯੂਨਿਟ ਵਾਲਾ ਸੀਗਾ। ਠੀਕ ਹੈ, ਇਹ ਸੀਗੇ ਆਪਣੇ 1000 ਵਾਲੇ, ਇਹ ਸੀਗੇ ਆਪਣੇ ਲੱਖ ਵਾਲੇ। ਤਾਂ ਇੱਥੇ ਆਪਾਂ ਲਿਖਾਂਗੇ 76 ਲੱਖ 35,000 172। ਇੰਗਲਿਸ਼ ਦੇ ਵਿੱਚ ਇਹਨੂੰ ਆਪਾਂ ਲਿਖਾਂਗੇ ਬੇਟਾ 76। ਜਿਹੜਾ ਲੈਖ ਹੈ ਨਾ ਬੇਟਾ, ਉਹਨੂੰ ਆਪਾਂ LAC ਵੀ ਲਿਖ ਸਕਦੇ ਹਾਂ, LAKH ਵੀ ਲਿਖ ਸਕਦੇ ਹਾਂ। ਠੀਕ ਹੈ, ਬੋਥ ਆਰ ਕਰੈਕਟ। 76 ਲੱਖ 35,000 172। ठीक है बेटा जी, समझ आ गया। नैक्सट देखो, ਇਹਨੂੰ ਸਿਰਫ ਪਾੜੀ ਲਓ ਹੈ ਨਾ। 8
9322 ਤਾਂ ਪਹਿਲਾਂ 3 ਤੋਂ ਬਾਅਦ ਕੌਮਾ, ਫਿਰ 2 ਤੋਂ ਬਾਅਦ, ਫਿਰ 2 ਤੋਂ ਬਾਅਦ ਆਪਾਂ ਕਰੋੜ ਵਾਲੇ ਸਥਾਨ ਤੱਕ ਪਹੁੰਚ ਚੁੱਕੇ ਹਾਂ। ਤਾਂ ਇਹ ਆਊਗਾ ਬੇਟਾ 8,93,22,602, 8,93,22,602। ठीक है जी, समझ लग गया। नैक्सट देखो, तो पहला 3 बाद कॉमा, फिर 2 बाद। हुण आपां किहड़े स्थान ते पहुंचे हैं? लख वाले ते हैं। ठीक है, 45,03,217। देखो 45 लाख 3,217। ठीक है बेटा, तो ਜਿਹੜੇ 2 क्वेश्चन रह गए ਹੁਣ ਤੁਸੀਂ खुद करने हैं। नैक्सट क्वेश्चन है, अल्प विराम लगा के आप अंतरराष्ट्रीय सिस्टम मुताबक संख्यावां लिखणियां ने। ठीक है, ये भी पिछले 2 क्वेश्चन ने ਜਿਹੜੇ ਤੁਹਾਨੂੰ एज ए होमवर्क दे रहे हैं। ਆਪਾਂ ਇਹਦੇ फस्ट 4 ही करांगे। हाँ जी, देखो बेटा, हुण ਇਹਨੂੰ ਆਪਾਂ इंटरनेशनल सिस्टम 'ਚ लिखना। ਉਹਦੇ 'ਚ ਕੀ ਹੁੰਦਾ, 3 ਤੋਂ ਬਾਅਦ ही कॉमा पैना। ठीक है, 3 ਤੋਂ ਬਾਅਦ ही। तो पहला तो अपना हो गया उमी सेम, सैकेंड वाला 1000 वाला, तो थर्ड वाला की है मिलियन वाला। तो इत्थे आपां लिखांगे 99 मिलियन, विचाले किन्ना है 832, जिहड़ा विचाले वाले 3 अखर होणगे उहदे नाल 1000 भी लिखना है, 832,081। ठीक है बेटा, इंग्लिश लिखना होवे तो हाँ जी, इसे नूं बेटा इंग्लिश लिखना होवे आपां तो किद्दां लिखांगे? 89 मिलियन। ठीक है, 89 मिलियन हो चुके हैं। 832,081। ठीक है बेटा, समझ आ गया। नैक्सट देखो, 3 बाद कॉमा लगाओ, 3 बाद कॉमा लगाओ। तो ये आप पहुँचे तो मिलियन वाले प्लेस ते ही हैं। तो आऊगा 6 मिलियन, विचाले देखो 3 अखर किहड़े ने? 543,000, क्योंकि सैकेंड वाला प्लेस किहड़ा है? 1000 वाला। ठीक है, उस तो बाद की है 374। ठीक है, इंग्लिश किमें लिखोगे? 6,543,374। ठीक है बेटा, नेक्स्ट देखो 3 ते 3 सेम बेटा, 9,860,001। ठीक है, इस देखो 90,32,045, 90 मिलियन 32,045। ठीक है बेटा, समझ आ गया। अपने हुण बिल्कुल थोड़े जे क्वेश्चन रह गए ने इस एक्सरसाइज के। 9वें क्वेश्चन ते आ चुके हैं। हेठां लिखियां संख्यावां नूं अंकां 'च लिखो। हुण ये पंजाबी 'च लिखे हुए ने, तुहाडी बुक 'च इंग्लिश मीडियम वालियां दे इंग्लिश 'च लिखे होणगे। इन्हां नूं आपां अंकां 'च लिखना है। तो बेटा ये भी सौखा है। किवें? तुहानूं मैं तरीका दसदी हां किवें इहनूं आपां लिख सकदे हां। पहला सम है बेटा 7,54,000। जो लख शब्द आ गया तो इट मीनस ये इंडियन सिस्टम मुताबक लिखिया होया। तुसीं की करो, बिंदियां लगा लो। ये 3 सीगियां इकाई वालियां, फिर 2,000 वालियां सी, फिर 2 लख वालियां होंदियां ने। तो पहली लख वाली तो आनी नहीं, क्योंकि 10 लख तो आपां पहुँचे नहीं, 7 लख ही है। तो 7 लख पहली बिंदी ते लिखिया गया। फिर हैगा 54,000, चलो 54,000 वाली थां ते लिखिया गया। अगे कुछ भी नहीं हैगा तो आपां जीरोआं पा दांगे। सैकड़े वाली कोई गल नहीं उन्हें दसी। ठीक है जी, फस्ट समझ आ गया। सैकेंड, करोड़ तक पहुँचना है बेटा। 1 2 3 सैकड़े अपनी इकाई वाला हो गया, 1000 वाला हो गया, लख वाला हो गया,
ਤੇ ਕਰੋੜ ਇੱਕੋ ਹੀ ਲਿਖਾਂਗੇ, ਕਰੋੜ ਵਾਲੇ 2 ਨਹੀਂ ਪਾਉਂਦੇ ਕਿਉਂਕਿ ਉਹ 10 ਕਰੋੜ ਵਾਲਾ ਹੈ ਨਹੀਂ ਗਾ। ਤਾਂ 9 ਕਰੋੜ 53 ਲੱਖ 74,523। ਤਾਂ ਇਹ ਆਪਣੀ ਸੰਖਿਆ ਲਿਖੀ ਗਈ। ਠੀਕ ਹੈ। ਅਗਲਾ ਦੇਖੋ 647,525। ਜਦੋਂ ਇਹਨੇ ਹੁਣ 647 ਲਿਖ ਕੇ ਨਾਲ 1000 ਲਿਖ ਲਿਆ, ਇਟ ਮੀਨਸ ਇਹ ਬੇਟਾ ਇੰਟਰਨੈਸ਼ਨਲ ਸਿਸਟਮ ਹੈ। ਤਾਂ 3 ਤੋਂ ਬਾਅਦ ਕੌਮਾ, ਫਿਰ 3 ਤੋਂ ਬਾਅਦ ਕੌਮੇ ਵਾਲਾ। 1000 ਵਾਲਾ ਤਾਂ ਸਿਰਫ ਇਹ ਇੱਕੋ ਹੀ ਕੌਮਾ ਆਏਗਾ, ਇਹਦੇ ਵਿੱਚ ਇਹ ਵਾਲਾ ਨਹੀਂ ਆਏਗਾ। 647,000 ਠੀਕ ਹੈ 525 ਇੱਕੋ ਹੀ ਕੌਮਾ ਆਇਆ ਆਪਣੇ ਕੋਲ ਇੱਥੇ। ਇਹ ਇੰਟਰਨੈਸ਼ਨਲ ਸਿਸਟਮ ਵਾਲਾ ਸਮ ਹੋ ਗਿਆ। ਠੀਕ ਹੈ। ਨੈਕਸਟ ਦੇਖੋ 72 ਮਿਲੀਅਨ, ਫਿਰ ਇੰਟਰਨੈਸ਼ਨਲ ਸਿਸਟਮ ਹੈ। 3 ਅੱਖਰ ਹੁੰਦੇ ਆ, ਫਿਰ ਕੌਮਾ 3, ਫਿਰ ਕੌਮਾ, ਫਿਰ 72 ਮਿਲੀਅਨ ਹੈ। 2 ਲਿਖਾਂਗੇ ਆਪਾਂ, 3 ਵਾਲੇ ਨਹੀਂ ਲਿਖਾਂਗੇ। ਠੀਕ ਹੈ, ਕਿਉਂਕਿ ਆਪਣੇ ਕੋਲੇ 72 ਮਿਲੀਅਨ 2 ਅੱਖਰ ਹੀ ਨੇ। 332,000 332,000 ਵਾਲੇ ਖਾਨੇ 'ਚ ਆ ਗਿਆ। 202 ਨਹੀਂ 112, ਇਸ ਰਕਮ ਦੇ ਨਾਲ 112 ਹੈ। ਠੀਕ ਹੈ ਬੇਟਾ, ਸਮਝ ਆਇਆ ਕਿਵੇਂ ਲਿਖਿਆ ਇਹ? ਦੇਖੋ 72, ਫਿਰ ਕੌਮਾ, ਫਿਰ 332, ਫਿਰ ਕੌਮਾ, ਫਿਰ 112। ਹੁਣ ਕਲੀਅਰਲੀ ਦਿਖਣ ਲੱਗਿਆ ਕਿਵੇਂ ਪੜ੍ਹਿਆ ਇਹਨੂੰ ਆਪਾਂ? 72 ਮਿਲੀਅਨ 332,112। ਨੈਕਸਟ ਦੇਖੋ 58 ਮਿਲੀਅਨ, ਇਹ ਵੀ ਆਪਣਾ ਇੰਟਰਨੈਸ਼ਨਲ ਸਿਸਟਮ ਹੈ। ਤਾਂ 58 ਤਾਂ ਮਿਲੀਅਨ ਹੋ ਗਏ, ਕੌਮਾ ਪਾਓ। 423,000 ਨੇ, ਕੌਮਾ ਪਾਓ। 202 ਹੈ। 3 ਬਾਅਦ ਹੀ ਕੌਮੇ ਹੁੰਦੇ ਨੇ। ਠੀਕ ਹੈ। ਅਗਲਾ ਦੇਖੋ 23 ਲੱਖ, ਤਾਂ 23 ਲੱਖ ਲਿਖ ਲਿਆ। ਇਸ ਤੋਂ ਬਾਅਦ ਹੋਣਗੇ ਤੁਹਾਡੇ 1000 ਵਾਲੇ, 30,000 ਲਿਖ ਲਿਆ। ਠੀਕ ਹੈ। ਫਿਰ ਅੱਗੇ 3 ਖਾਨੇ ਹੁੰਦੇ ਨੇ। ਹੁਣ ਇਹਦਾ ਤਾਂ ਇਕੱਲਾ 10 ਹੀ ਆਇਆ, ਤਾਂ ਆਪਾਂ 0 ਪਾ ਕੇ 10 ਲਿਖਾਂਗੇ। ਠੀਕ ਹੈ, ਇਹ ਸਮਝ ਆ ਗਿਆ ਜੀ। ਨੈਕਸਟ ਕੁਐਸਚਨ ਦੇਖੋ, ਇਹਨੇ ਕਿਹਾ 8 ਅੰਕਾਂ ਵਾਲੀਆਂ ਕੁੱਲ ਕਿੰਨੀਆਂ ਸੰਖਿਆਵਾਂ ਨੇ? ਲਓ ਜੀ, ਹੁਣ ਆਪਾਂ ਕੀ 8 ਅੰਕਾਂ ਵਾਲੀਆਂ ਸੰਖਿਆਵਾਂ ਸਾਰੀ ਗਿਣਤੀ 'ਚੋਂ ਗਿਣਾਂਗੇ? ਬੜਾ ਲੰਬਾ ਕੰਮ ਹੋ ਜਾਏਗਾ। ਤਾਂ ਆਪਾਂ ਇੰਨਾ ਲੰਬਾ ਸਵਾਲ ਕਿੱਦਾਂ ਕਰਾਂਗੇ? ਆਪਾਂ ਇਸ ਸਮ ਨੂੰ ਬੇਟਾ ਸ਼ਾਰਟ ਕਰਦੇ ਹਾਂ। ਕਿੱਦਾਂ? ਤੁਸੀਂ ਪਹਿਲਾਂ 8 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਲਿਖੋ। 8 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਕੀ ਹੋਊਗੀ ਬੇਟਾ? 8 ਦੇ 8 9 ਹੋਣਗੇ। 8 ਅੰਕਾਂ ਦੀ 3 3 6 ਤੇ 2 8। ਠੀਕ ਹੈ ਜੀ। ਹੁਣ ਆਪਾਂ ਲਿਖਣੀ ਹੈ 7 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ। ਇਹਦੇ ਨੀਚੇ ਹੀ ਲਿਖਣੀ ਹੈ। 7 ਅੰਕਾਂ ਦੀ ਸਭ ਤੋਂ ਵੱਡੀ ਜਿਹੜੀ ਹੋਊਗੀ ਉਹਦੇ ਵਿੱਚ 7 9 ਹੋਣਗੇ ਬੇਟਾ। ਬਸ ਇਹਨਾਂ ਨੂੰ ਘਟਾ ਦਿਓ, ਤੁਹਾਡਾ ਆਨਸਰ ਆ ਜਾਏਗਾ। ਠੀਕ ਹੈ। 9 ਦੇ ਨਾਲ ਕਿੰਨੀਆਂ ਜ਼ੀਰੋਜ਼ ਆ ਜਾਣਗੀਆਂ? 7 ਜ਼ੀਰੋਜ਼। ਤਾਂ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਦਾ ਸਮ ਆਉਂਦਾ ਹੈ, ਇਹਦੇ ਨਾਲ ਆਪਾਂ ਹੋਰ ਕਰ ਲੈਂਦੇ ਹਾਂ। ਚਲੋ 3 ਅੰਕਾਂ ਵਾਲੀਆਂ ਕਿੰਨੀਆਂ ਸੰਖਿਆਵਾਂ ਹੋਣਗੀਆਂ, ਇਹ ਸਮ ਬਣਾ ਲੈਂਦੇ ਹਾਂ ਆਪਣਾ ਵੀ 3 ਅੰਕਾਂ ਵਾਲੀਆਂ ਗਿਣਤੀ ਦੇ ਵਿੱਚ ਕਿੰਨੀਆਂ ਸੰਖਿਆਵਾਂ ਨੇ। ਤਾਂ ਤਰੀਕਾ ਕੀ ਹੈ ਬੇਟਾ? ਪਹਿਲਾਂ 3 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਲਿਖੋ, ਫਿਰ 2 ਅੰਕਾਂ ਦੀ। 3 ਤੋਂ ਬਾਅਦ ਛੋਟਾ 2 ਆਉਂਦਾ ਨਾ, ਜਿਵੇਂ ਮੈਂ 8 ਤੋਂ ਬਾਅਦ ਆਪਾਂ 7 ਲਿਖਿਆ। 3 ਤੋਂ ਬਾਅਦ ਕਿਹੜਾ ਉਸ ਤੋਂ ਛੋਟਾ ਕਿਹੜਾ? 2। ਤਾਂ 2 ਅੰਕਾਂ ਦੀ ਲਿਖੀ, ਇਹਨੂੰ ਘਟਾ ਲਓਗੇ ਤਾਂ 3 ਅੰਕਾਂ ਵਾਲੀਆਂ ਆਪਣੇ ਕੋਲੇ ਕਿੰਨੀਆਂ ਸੰਖਿਆਵਾਂ ਨੇ? 900। 4 ਅੰਕਾਂ ਵਾਲੀਆਂ ਕੱਢਣੀਆਂ ਨੇ ਬੇਟਾ, ਤਾਂ ਪਹਿਲਾਂ 4 ਅੰਕਾਂ ਦੀ ਵੱਡੀ ਤੋਂ ਵੱਡੀ, ਉਹਦੇ ਵਿੱਚੋਂ 3 ਅੰਕਾਂ ਦੀ ਵੱਡੀ ਤੋਂ ਵੱਡੀ ਘਟਾ ਦਿਓ, ਤਾਂ ਇਹ ਆ ਜਾਊਗਾ 9000 ਸੰਖਿਆਵਾਂ ਨੇ। ਕਲੀਅਰ ਹੋ ਗਿਆ ਬੇਟਾ? ਹੁਣ ਦੇਖੋ ਖਾਲੀ ਥਾਵਾਂ ਰਹਿ ਗਈਆਂ। ਇਹ ਕੀ ਨੇ? ਇਹ ਜਿਹੜਾ ਮੈਂ ਤੁਹਾਨੂੰ ਟੇਬਲ ਕਿਹਾ ਸੀ ਨਾ ਕਿ ਬਹੁਤ ਇੰਪੋਰਟੈਂਟ ਹੈ। ਕਿਹੜਾ ਟੇਬਲ ਮੈਂ ਤੁਹਾਨੂੰ ਕਿਹਾ ਸੀ ਬਹੁਤ ਇੰਪੋਰਟੈਂਟ ਹੈ? ਦਿਸ ਵਨ। ਇਸ ਨੂੰ ਦੇਖ ਕੇ ਹੀ ਉਹ ਸਾਰੇ ਭਰੇ ਜਾਣਗੇ। ਜਿਵੇਂ ਹੁਣ 1 ਲੱਖ ਹੈ ਬੇਟਾ, ਠੀਕ ਹੈ, ਤਾਂ 1 ਲੱਖ 1 ਮਿਲੀਅਨ ਨਾਲ ਜੋ ਆਪਣੀ ਕੰਪੈਰੀਜ਼ਨ ਕਰਵਾਊਗਾ ਤਾਂ ਕਿੰਨੀਆਂ ਜ਼ੀਰੋਆਂ ਵੱਧ ਨੇ ਇੱਥੇ? 1 ਜ਼ੀਰੋ ਵੱਧ ਹੈ, ਤਾਂ 10 ਆਨਸਰ ਆ ਜਾਊਗਾ। ਜੇ 10 ਲੱਖ ਦੀ 10 ਮਿਲੀਅਨ ਨਾਲ ਆਪਣੀ ਕੋਈ ਕੰਪੈਰੀਜ਼ਨ ਕਰਵਾ ਰਿਹਾ ਹੈ ਤਾਂ ਵੀ 1 ਜ਼ੀਰੋ ਵੱਧ ਹੈ, 10 ਨਾਲ ਹੀ ਗੁਣਾ ਕੀਤੀ ਹੋਈ ਹੈ। ਤਾਂ ਇੱਦਾਂ ਆਪਾਂ ਨੇ ਦੇਖਣਾ ਹੈ ਉਸ ਖਾਲੀ ਥਾਵਾਂ ਭਰਨ ਦੇ ਵਿੱਚ ਵੀ ਇਹ ਕਿੱਦਾਂ ਯੂਜ਼ ਹੋ ਰਿਹਾ ਹੈ। ਦੇਖੋ ਬੇਟਾ, ਪਹਿਲੀ ਖਾਲੀ ਥਾਂ 1 ਲੱਖ ਦੇ ਵਿੱਚ ਕਹਿੰਦੇ ਕਿੰਨੇ 10,000 ਹੁੰਦੇ ਨੇ। ਹੁਣ 1 ਲੱਖ ਕੀ ਹੈ? ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, ਲੱਖ। ਇਹ ਲੱਖ ਲਿਖ ਲਿਆ।
ਆਪਾਂ ਇੱਥੇ ਕੌਮਾ ਪਾਉਂਦੇ ਹੁੰਦੇ ਹਾਂ, ਇੱਥੇ ਕੌਮਾ ਪਾਉਂਦੇ ਹੁੰਦੇ ਹਾਂ। ਜਿਹਨੂੰ ਆਪਾਂ ਹੁਣ ਇੰਟਰਨੈਸ਼ਨਲ ਸਿਸਟਮ 'ਚ ਲਿਖਦੇ ਹਾਂ ਤਾਂ ਆਪਾਂ ਇੱਥੇ ਕੌਮਾ ਪਾਵਾਂਗੇ ਅਤੇ ਇੱਥੇ ਕੌਮਾ ਪਾਵਾਂਗੇ। ਹੁਣ 1 ਲੱਖ ਦੇ ਵਿੱਚ ਕਿੰਨੇ 10,000 ਹੋ ਗਏ? ਲੱਭੋ ਜੀ, ਕਿੰਨੇ 10,000 ਹੋ ਜਾਣਗੇ? 10,000 10,000 ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000। ਤਾਂ ਇਹਨਾਂ ਨੂੰ ਗੁਣਾ ਕਰਕੇ ਹੀ ਬਣਦਾ ਨਾ 1 ਲੱਖ। ਸਮਝ ਆ ਗਿਆ ਬੇਟਾ? ਹੁਣ 1 ਮਿਲੀਅਨ ਦੇ ਵਿੱਚ ਕਿੰਨੇ 100,000 ਹੁੰਦੇ ਨੇ? ਮਿਲੀਅਨ ਲਿਖੋ, ਕੌਮਾ, ਫਿਰ ਕੌਮਾ, ਇੱਥੇ ਆਪਣੇ ਕੋਲ ਆ ਜਾਂਦਾ ਮਿਲੀਅਨ। ਤਾਂ 1 ਮਿਲੀਅਨ ਦੇ ਵਿੱਚ ਇੱਕੋ ਹੀ ਲਿਖ ਦਿਓ ਉਰੇ ਮਿਲੀਅਨ। ਕਿੰਨੇ 100,000 ਹੋਣਗੇ? 1 ਮਿਲੀਅਨ ਦੇ ਵਿੱਚ ਕਿੰਨੇ 100,000 ਹੋਣਗੇ? ਤਾਂ ਕਿੰਨੇ 100,000 ਨੇ? ਇੱਦਾਂ ਪੁੱਛ ਰਿਹਾ ਉਹ, ਕਿੰਨੇ 100,000 ਨੇ ਬੇਟਾ? 10। ਇਹਦਾ ਆਨਸਰ ਵੀ ਕਿੰਨਾ ਆ ਜਾਏਗਾ? 10। ਨੈਕਸਟ 2 ਖਾਲੀ ਥਾਵਾਂ ਰਹਿ ਗਈਆਂ। 1 ਕਰੋੜ ਦੇ ਵਿੱਚ ਕਿੰਨੇ 10 ਲੱਖ ਨੇ? ਤਾਂ ਪਹਿਲਾਂ 1 ਕਰੋੜ ਲਿਖੋ, ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, ਲੱਖ, 10 ਲੱਖ, ਕਰੋੜ। 3 2 ਅਤੇ 2 ਬਾਅਦ ਆਪਾਂ ਐਵੇਂ ਕੌਮੇ ਪਾਉਣੇ ਹੁੰਦੇ ਆ। 10 ਲੱਖ ਪੁੱਛਿਆ ਤਾਂ ਦੇਖੋ ਇਹ ਤਾਂ ਹੋ ਗਿਆ ਇਕਾਈਆਂ ਵਾਲਾ, ਇਹ ਹਜ਼ਾਰ ਵਾਲਾ, ਇਹ 10 ਲੱਖ ਵਾਲਾ। ਤਾਂ ਕਿੰਨੇ 10 ਲੱਖ ਹੁੰਦੇ ਨੇ ਬੇਟਾ? 10। ਸੇਮ 1 ਕਰੋੜ ਦੇ ਵਿੱਚ ਕਿੰਨੇ ਮਿਲੀਅਨ ਹੁੰਦੇ ਨੇ? 10। 1 ਮਿਲੀਅਨ 'ਚ ਕਿੰਨੇ ਲੱਖ ਹੁੰਦੇ ਨੇ? 10। ਤਾਂ ਇਹ ਬਹੁਤ ਸੌਖੀਆਂ ਨੇ ਬੇਟਾ, ਸਾਰੀਆਂ ਹੀ ਉਦਾਹਰਨਾਂ, ਸਾਰੀਆਂ ਹੀ ਫਿਲਅਪਸ ਦਾ ਆਨਸਰ ਬੇਟਾ ਤੁਹਾਡਾ ਕਿੰਨਾ ਆਊਗਾ? 10। ਤਾਂ ਇਹ ਆਪਣੀ ਐਕਸਰਸਾਈਜ਼ 1.1 ਜਿਹੜੀ ਹੈ ਕੰਪਲੀਟ ਹੋ ਗਈ। ਆਪਣੀਆਂ ਨੋਟਬੁੱਕਸ 'ਤੇ ਕੰਪਲੀਟ ਕਰ ਲਓ ਅਤੇ ਇਹਦੀ ਵੱਧ ਤੋਂ ਵੱਧ ਤਿਆਰੀ ਕਰੋ। ਠੀਕ ਹੈ ਜੀ, ਬਾਏ ਬੇਟਾ।